हेलो स्टूडेंट्स, मेरी न्यूक्लियर पॉलिसी ਨਾਲ ਰਿਲੇਟਡ ਸੈਕੰਡ ਵੀਡੀਓ ਤੁਹਾਡੇ ਸਾਹਮਣੇ ਪੇਸ਼ ਹੈ। ਸਾਡੀ ਅੱਜ ਨਿਊਕਲੀਅਰ ਪੋਲਿਸੀ ਹੈ ਜਿਹੜੀ ਉਸ ਦਾ ਅੱਜ ਅਸੀਂ ਸੈਕੰਡ ਪਾਰਟ ਹੈ ਜਿਹੜਾ ਪੜਨ ਜਾ ਰਹੇ ਹਾਂ। ਨਿਊਕਲੀਅਰ ਪੋਲਿਸੀ ਬਾਰੇ ਕਿ ਇਹ ਪੋਲਿਸੀ ਕਿਵੇਂ ਹੈ, ਕੀ ਹੈ, ਕਿਹਨੇ ਚਲਾਈ ਸੀ, ਕਿਵੇਂ ਇਹ ਕੰਮ ਕਰਦੀ ਸੀ ਜਾਂ ਕਰਦੀ ਹੈ, ਅੱਜ ਵੀ ਕਰਦੀ ਹੈ। ठीक है, तो ये पॉलिसी किस तरह अपना काम करती है इस बारे ਅਸੀਂ ਡੀਪਲੀ ਆਪਣੀ ਫਸਟ ਵੀਡੀਓ ਵਿੱਚ ਪੜ੍ਹਿਆ ਸੀ। ਨਾਓ ਅੱਜ ਅਸੀਂ ਜਾਣਦੇ ਹਾਂ ਕਿ ਨਿਊਕਲੀਅਰ ਪੋਲਿਸੀ ਕਿਸ ਤਰ੍ਹਾਂ ਨਾਲ ਅਸੀਂ ਕੰਮ ਕਰਦੀ ਹੈ। ਠੀਕ ਹੈ, ਲਾਸਟ ਵੀਡੀਓ ਵਿੱਚ ਅਸੀਂ ਹਿਸਟਰੀ ਐਂਡ origin ਬਾਰੇ ਪੜ੍ਹਿਆ ਸੀ ਅਤੇ ਇਸ ਵੀਡੀਓ ਵਿੱਚ ਅਸੀਂ ਨਿਊਕਲੀਅਰ ਪੋਲਿਸੀ ਬਾਰੇ ਡੀਪ ਐਕਸਪਲੇਨੇਸ਼ਨ ਪੜਾਂਗੇ ਜਿਹੜੀ ਕਿ ਅਸੀਂ ਫਸਟ ਵੀਡੀਓ ਵਿੱਚ ਨਹੀਂ ਕੀਤੀ ਸੀ। ਠੀਕ ਹੈ, ਤਾਂ ਸਟੂਡੈਂਟਸ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਨਾਓ ਹੁਣ ਸਟਾਰਟ ਕਰਦੇ ਹਾਂ ਅਸੀਂ ਨਿਊਕਲੀਅਰ ਪੋਲਿਸੀ ਦੇ ਇੰਟਰੋਡਕਸ਼ਨ ਬਾਰੇ। ਨਿਊਕਲੀਅਰ ਪੋਲਿਸੀ ਹੈ ਜਿਹੜੀ ਇੱਕ ਅਜਿਹੀ ਪੋਲਿਸੀ ਹੈ ਜਦੋਂ 1948 ਵਿੱਚ ਭਾਰਤ ਦੀ ਪਰਮਾਣੂ ਨੀਤੀ ਨਾਲ ਰਿਲੇਟਡ ਹੈ ਜਿਹੜਾ ਐਂਡ ਸੋਸ਼ਲੀ ਐਂਡ ਇਕਨੋਮਿਕਲ ਡਿਵੈਲਪਮੈਂਟ ਲਈ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਪੋਲਿਸੀ ਸਟਾਰਟ ਕੀਤੀ। ਇਸ ਪੋਲਿਸੀ ਦੀ ਇੰਪੋਰਟੈਂਸ ਨੂੰ ਸਮਝਦੇ ਹੋਏ ਇਸ ਪੋਲਿਸੀ ਨੂੰ ਸਟਾਰਟ ਕੀਤਾ। ਕਿਉਂ ਕੀਤਾ? ਤਾਂ ਕਿ ਸੋਸ਼ਲੀ ਐਂਡ ਇਕਨੋਮਿਕਲ ਡਿਵੈਲਪਮੈਂਟ ਹੋ ਸਕੇ। ਠੀਕ ਹੈ, ਕੇ ਪਾਠਕ ਦੇ ਅਕੋਰਡਿੰਗ ਕਹਿ ਸਕਦੇ ਹਾਂ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀ ਹੈ ਘਰੇਲੂ ਐਂਡ ਵਿਦੇਸ਼ ਨੀਤੀ ਦੇ ਸੰਬੰਧ ਵਿੱਚ ਕੀ ਹੈ 3 ਬੇਸਿਕ ਪ੍ਰਿੰਸੀਪਲ ਡਾਇਰੈਕਸ਼ਨ ਦਿੱਤੀ। ਠੀਕ ਹੈ, ਇਹ ਜਿਸ ਵਿੱਚ ਕੀ ਹੈ ਸਾਡੀ ਸਾਇੰਟੀਫਿਕ ਨੌਲੇਜ ਬਾਰੇ ਵੀ ਅਸੀਂ ਸਾਇੰਟੀਫਿਕ ਨੌਲੇਜ ਵਧਾਈ ਜਾਵੇ। ਠੀਕ ਹੈ, ਅਗਰ ਖੋਜਾਂ ਕੀਤੀਆਂ ਜਾਣ ਟੈਕਨੋਲੋਜੀ ਦੇ ਖੇਤਰ ਵਿੱਚ ਇੰਡੀਆ ਜਿਹੜਾ ਹੋਰ ਜ਼ਿਆਦਾ ਡਿਵੈਲਪ ਹੋ, ਜਿਹੜੀ ਪਹਿਲਾਂ ਡਿਵੈਲਪ ਹੋ ਚੁੱਕੇ ਉਸ ਵਿੱਚ ਟਾਈਮ ਨਾ ਗਵਾਵੇ ਅਤੇ ਇਸ ਪ੍ਰਕਾਰ ਕੀ ਹੈ ਮੈਂਟਲੀ ਐਂਡ ਟੈਕਨੋਲੋਜੀ ਦੇ ਫੀਲਡ ਵਿੱਚ ਕੀ ਹੈ ਇੰਡੀਆ ਨੂੰ ਹੋਰ ਅੱਗੇ ਵਧਾਇਆ ਜਾਵੇ। ਇਸ ਤਰ੍ਹਾਂ ਦੀ ਕਈ ਜਿਹੜੀਆਂ ਗੱਲਾਂ ਹੈ ਜਿਹੜੀਆਂ ਸਾਡੇ ਨਿਊਕਲੀਅਰ ਪੋਲਿਸੀ ਦੇ ਨਾਲ ਰਿਲੇਟਡ ਪੰਡਿਤ ਜਵਾਹਰ ਲਾਲ ਨਹਿਰੂ ਨੇ ਪ੍ਰਸਤੁਤ ਕੀਤੀਆਂ। ਠੀਕ ਹੈ, ਇਸ ਪੋਲਿਸੀ ਨੂੰ ਚਲਾਉਣ ਦਾ ਮੇਨ ਮੋਟਿਵ ਇਹੀ ਸੀ ਕਿ ਸੋਸ਼ਲੀ ਐਂਡ ਇਕਨੋਮਿਕਲੀ ਡਿਵੈਲਪਮੈਂਟ ਜਿਹੜਾ ਇੰਡੀਆ ਵਿੱਚ ਲਿਆਇਆ ਜਾ ਸਕੇ ਅਤੇ ਇਹ ਤਿੰਨੇ ਤੱਤ ਜਿਹੜੇ ਠੀਕ ਹੈ ਭਾਰਤ ਦੀ ਵਿਦੇਸ਼ ਨੀਤੀ ਦੇ ਆਧਾਰ ਬਣੇ ਅਤੇ ਭਾਰਤ ਨੇ ਇਹ ਫੈਸਲਾ ਕੀਤਾ ਕਿ ਦੇਸ਼ ਦੇ ਆਰਥਿਕ ਵਾਤਾਵਰਣ ਵਿਕਾਸ ਨੂੰ ਜਿਹੜਾ ਸਿਹਤਮੰਦ ਬਣਾਇਆ ਜਾਵੇ। ਠੀਕ ਹੈ, ਉਸ ਨੂੰ ਕੀ ਹੈ ਪਰਮਾਣੂ ਨੀਤੀ ਰਾਹੀਂ ਜਿਹੜਾ ਉਸ ਨਾਲ ਵਿਕਾਸ ਕੀਤਾ ਜਾਵੇ ਅਤੇ ਦੇਸ਼ ਦਾ ਡਿਵੈਲਪਮੈਂਟ ਵਿੱਚ ਜਿਹੜੀ ਡਿਵੈਲਪਿੰਗ ਹੋ ਰਹੀ ਸੀ ਉਸਨੂੰ ਡਿਵੈਲਪ ਬਣਾਇਆ ਜਾ ਸਕੇ। ਹੁਣ ਇੰਡੀਆ ਨੇ ਕਈ ਵੈਪਨਸ ਹੈ ਜਿਹੜੇ ਕਈ ਨਿਊਕਲੀਅਰ ਵੈਪਨਸ ਟੈਸਟ ਕੀਤੇ ਜਿਸ ਅਧੀਨ ਕੀ ਹੈ ਦੁਨੀਆ ਦੇ ਸਾਹਮਣੇ ਇੰਡੀਆ ਨੂੰ ਇੱਕ ਪੋਲਿਸੀ ਪੇਸ਼ ਕਰਨੀ ਸੀ ਕਿ ਇਹਨਾਂ ਵੈਪਨਸ ਨੂੰ ਡਿਵੈਲਪ ਕਰਨ ਦਾ ਜਿਹੜਾ ਇੰਡੀਆ ਦਾ ਮੋਟਿਵ ਕੀ ਹੈ। ਠੀਕ ਹੈ, ਟੂ ਬੇਸਿਕ ਰੀਜ਼ਨ ਸੀ ਜਿਨ੍ਹਾਂ ਨੂੰ ਕੀ ਹੈ ਜਿਸ ਅਧੀਨ ਕੀ ਹੈ ਨਿਊਕਲੀਅਰ ਪੋਲਿਸੀ ਨੂੰ ਡਿਵੈਲਪ ਕੀਤਾ ਗਿਆ ਸੀ ਟੂ ਗੈਟ ਰੀਜਨਲ ਸਟੇਬਿਲਿਟੀ ਐਂਡ ਟੂ ਡਿਕਰੀਜ਼ ਦਾ ਫੀਅਰ ਇਨ ਇੰਟਰਨੈਸ਼ਨਲ ਕਮਿਊਨਿਟੀ। ਭਾਵ ਕਿ ਟੂ ਗੈਟ ਸਟੇਬਿਲਿਟੀ ਕਿ ਜਿਹੜਾ ਖੇਤਰੀ ਜਿਹੜੀ ਸਟੇਬਿਲਿਟੀ ਹੈ ਕਿ ਸੋਸਾਇਟੀ ਹਰੇਕ ਫੀਲਡ ਵਿੱਚ ਕੀ ਉਸਦੀ ਆਪਣੀ ਇੱਕ ਸਟੇਬਿਲਿਟੀ ਰਵੇ ਕਿ ਉਹ ਕਿਸੇ ਤੋਂ ਘੱਟ ਨਹੀਂ ਹੈ ਇੰਡੀਆ ਵਿੱਚ। ਠੀਕ ਹੈ, ਡਿਕਰੀਜ਼ ਦਾ ਫੀਅਰ ਇਨ ਇੰਟਰਨੈਸ਼ਨਲ ਕਮਿਊਨਿਟੀ ਕਿ ਵਰਲਡ ਲੈਵਲ ਤੇ ਜਿਹੜੀ ਕਮਿਊਨਿਟੀ ਹੈ ਇੰਟਰਨੈਸ਼ਨਲ ਕਮਿਊਨਿਟੀ ਹੈ ਉਸ ਵਿੱਚ ਜਿਹੜਾ ਫੀਵਰ ਹੈ ਇੱਕ ਦੂਜੇ ਨੂੰ ਗੁਲਾਮ ਦੇਸ਼ ਬਣਾਉਣ ਦਾ ਸਾਮਰਾਜਵਾਦ ਹੈ ਉਸ ਫੀਅਰ ਨੂੰ ਕੀ ਹੈ ਡਿਕਰੀਜ਼ ਕਰਨਾ ਸੀ। ਠੀਕ ਹੈ, ਅਜਿਹੇ ਫੀਅਰ ਨੂੰ ਘੱਟ ਕਰਨਾ ਹੈ ਜਿਹੜਾ ਨਿਊਕਲੀਅਰ ਪੋਲਿਸੀ ਦੀ ਬੇਸਿਕ ਰੀਜ਼ਨ ਸੀ। In 1998 ਵਿੱਚ ਕੀ ਹੁੰਦਾ ਹੈ ਕਿ ਨਿਊਕਲੀਅਰ ਪੋਲਿਸੀ ਹੈ ਜਦੋਂ ਯੂਜ਼ ਕਰਨ ਮਗਰੋਂ ਇੰਡੀਆ ਹੈ ਜਿਹੜਾ ਨਿਊਕਲੀਅਰ ਪੋਲਿਸੀ ਨਾਲ ਰਿਲੇਟਡ ਇੱਕ ਵੈਪਨ ਸਟੇਟ ਬਣ ਚੁੱਕਿਆ ਸੀ। ਹੁਣ ਇੰਡੀਆ ਇੱਕ ਰਿਸਪੌਂਸਿਬਲ ਨਿਊਕਲੀਅਰ ਵੈਪਨ ਸਟੇਟ ਬਣਨਾ ਚਾਹੁੰਦਾ ਸੀ ਜਿਸ ਅਧੀਨ ਕੀ ਹੈ ਇੰਡੀਆ ਨੇ ਆਪਣੇ ਆਪ ਨੂੰ ਇੱਕ ਨਿਊਕਲੀਅਰ ਵੈਪਨ ਨੂੰ ਦੇਖਣ ਅਤੇ ਯੂਜ਼ ਕਰਨ ਦੀ ਵਿਚਾਰਧਾਰਾ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਸੀ। ਠੀਕ ਹੈ, ਜਦੋਂ 1998 ਵਿੱਚ ਕੀ ਹੈ ਇੰਡੀਆ ਨੇ ਨਿਊਕਲੀਅਰ ਟੈਸਟ ਕੀਤਾ ਪੋਖਰਨ ਟੈਸਟ ਕੀਤਾ ਜਿਸ ਦਾ ਕੋਡ ਵਰਡ ਸੀ ਲਾਫਿੰਗ ਬੁੱਧਾ। ਠੀਕ ਹੈ, ਤੇ ਉਸਨੂੰ ਡਿਫਰੈਂਟ ਕੰਟਰੀਆਂ ਵੱਲੋਂ ਕੀ ਹੈ ਫੀਅਰ ਪੈਦਾ ਹੋ ਗਿਆ। ਕਿਉਂ ਪੈਦਾ ਹੋ ਗਿਆ ਕਿ ਉਹਨਾਂ ਨੂੰ ਦੱਸ ਕਿ ਇੰਡੀਆ ਜਿਹੜਾ ਹੈ ਇਸ ਦਾ ਯੂਜ਼ ਕਿਉਂ ਕਰ ਰਿਹਾ ਹੈ, ਤਬਾਹੀ ਲਈ ਕਰ ਰਿਹਾ ਹੈ ਕਿ ਕਿਸ ਕਾਰਨ ਕਰ ਰਿਹਾ ਹੈ। ਠੀਕ ਹੈ, ਤਾਂ ਇੰਡੀਆ ਹੈ ਜਿਹੜਾ ਆਪਣੇ ਨੇਬਰਸ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਸੀ ਕਿ ਨਿਊਕਲੀਅਰ ਇੱਕ ਪੋਲਿਸੀ ਰਾਹੀਂ ਕਿ ਜਿਹੜਾ ਇੰਡੀਆ ਹੈ ਜਿਹੜਾ ਉਹ ਕਿਸੇ ਪ੍ਰਕਾਰ ਦੀ ਤਬਾਹੀ ਨਹੀਂ ਚਾਹੁੰਦਾ। ਕਿਉਂ?
क्योंकि न्यूक्लियर पॉलिसी ਨੂੰ ਡਿਵੈਲਪ ਕਰਨ ਦੇ ਦੋ ਰੀਜ਼ਨ ਸੀ, ਰੀਜਨਲ ਸਟੇਬਿਲਿਟੀ ਐਂਡ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਫੀਅਰ ਨੂੰ ਘੱਟ ਕਰਨਾ। ਸੋ ਇੰਡੀਆ ਜਿਹੜਾ ਨਿਊਕਲੀਅਰ ਪੋਲਿਸੀ ਰਾਹੀਂ ਜਿਹੜਾ ਡਿਫਰੈਂਟ ਤਰ੍ਹਾਂ ਦੀ ਆਪਣੀ ਇੱਕ ਵਿਚਾਰਧਾਰਾ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਸੀ। ਸੋ ਨੈਕਸਟ ਅਸੀਂ ਇਸ ਦੇ ਕੁਝ ਸਾਇਲੈਂਟ ਫੀਚਰਸ ਬਾਰੇ ਪੜ੍ਹਦੇ ਹਾਂ। ਜਿਸ ਸਮੇਂ ਜਿਹੜਾ 1998 ਦੇ ਜਿਸ ਅਧੀਨ ਕੀ ਹੈ ਇਹ ਨਿਊਕਲੀਅਰ ਪੋਲਿਸੀ ਡਿਵੈਲਪ ਹੋਈ ਸੀ। ਟੂ ਗੈਟ ਇੰਟਰਨੈਸ਼ਨਲ ਸਿਕਿਉਰਿਟੀ, ਕਿ ਵਰਲਡ ਲੈਵਲ ਤੇ ਜਿਹੜਾ ਇੰਟਰਨੈਸ਼ਨਲ ਸਿਕਿਉਰਿਟੀ ਪ੍ਰਾਪਤ ਕਰਨਾ ਹੈ, ਜਿਹੜਾ ਨਿਊਕਲੀਅਰ ਪੋਲਿਸੀ ਦੀ ਇੱਕ ਵਿਚਾਰਧਾਰਾ ਸੀ, ਇੱਕ ਪਾਰਟ ਸੀ। ਠੀਕ ਹੈ। ਨਿਊਕਲੀਅਰ ਡਿਜ਼ਾਰਮਮੈਂਟ, ਨਿਸ਼ਸਤਰੀਕਰਨ ਦਾ ਜਿਹੜਾ ਬਹੁਤ ਹੀ ਜਿਹੜਾ ਯੂਜ਼ ਹੈ ਜਿਹੜਾ ਕੀਤਾ ਗਿਆ ਸੀ, ਜਿਸ ਅਧੀਨ ਵੱਖ-ਵੱਖ ਹਥਿਆਰਾਂ ਦੇ ਜਿਹੜਾ ਉਹਨਾਂ ਨੂੰ ਕ੍ਰੀਏਟ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਰੋਕਿਆ ਜਾਣਾ ਸੀ। ਇਸ ਪ੍ਰਕਾਰ ਕੀ ਹੈ ਇੰਡੀਆ ਹੈਜ਼ ਨੋਟ ਸਾਈਨ ਨੋਟ CTBT, ਇਹਨਾਂ ਨੇ ਕੀ ਨਿਸ਼ਸਤਰੀਕਰਨ ਦੇ ਅਗੇਂਸਟ ਕੰਮ ਕੀਤਾ ਸੀ, ਜਿਸ ਅਧੀਨ ਕੀ ਹੈ ਇਹਨਾਂ ਨੂੰ ਇੰਡੀਆ ਨੇ ਇਸ ਤੇ ਸਾਈਨ ਨਹੀਂ ਕੀਤਾ। ਅਤੇ ਨੈਕਸਟ ਹੈ ਕੰਟਰੋਲ ਦਾ ਰੇਸ ਆਫ ਕ੍ਰੀਏਟ ਦਾ ਨਿਊਕਲੀਅਰ ਵੈਪਨਸ, ਕਿ ਇਸ ਦੀ ਜਿਹੜੀ ਰੇਸ ਹੈ ਜਿਹੜੀ ਉਸ ਤੇ ਕੰਟਰੋਲ ਕਰਨਾ ਸੀ। ਠੀਕ ਹੈ। ਔਰ ਨੈਕਸਟ ਹੈ ਇਨਕਰੀਜ਼ ਡਿਵੈਲਪਮੈਂਟ ਆਫ ਨਿਊਕਲੀਅਰ ਟੈਕਨੋਲੋਜੀ ਵਿਦ ਦ ਹੈਲਪ ਆਫ ਕੰਪਿਊਟਰ, ਕਿ ਇੰਡੀਆ ਨੇ ਨਿਊਕਲੀਅਰ ਪੋਲਿਸੀ ਰਾਹੀਂ ਇਹ ਵਿਚਾਰਧਾਰਾ ਪੇਸ਼ ਕੀਤੀ ਕਿ ਅਸੀਂ ਨਿਊਕਲੀਅਰ ਵੈਪਨਸ ਨੂੰ ਕੀ ਹੈ ਵੈਪਨਸ ਨੂੰ ਕਿਸੇ ਦੀ ਤਬਾਹੀ ਲਈ ਨਹੀਂ ਬਲਕਿ ਰੀਜਨਲ ਸਟੇਬਿਲਿਟੀ ਐਂਡ ਇਕਨੋਮਿਕਲ ਡਿਵੈਲਪਮੈਂਟ ਲਈ ਯੂਜ਼ ਕਰਾਂਗੇ, ਅਤੇ ਇਸ ਨੂੰ ਨਿਊਕਲੀਅਰ ਟੈਕਨੋਲੋਜੀ ਨੂੰ ਹੈ ਜਿਹੜਾ ਵਿਦ ਦ ਹੈਲਪ ਆਫ ਕੰਪਿਊਟਰ ਰਾਹੀਂ ਕੀ ਹੈ ਇਨਕਰੀਜ਼ ਕਰਾਂਗੇ ਫॉर ਦੀ ਡਿਵੈਲਪਮੈਂਟ ਲਈ। ਓਕੇ ਸਟੂਡੈਂਟਸ, ਨੈਕਸਟ ਹੈ ਸਾਡੇ ਫੀਚਰ ਆਫ ਇੰਡੀਆਜ਼ ਨਿਊਕਲੀਅਰ ਵੈਪਨ ਪੋਲਿਸੀ। ਜਦੋਂ ਅਸੀਂ ਪਿਛਲੇ 50 ਸਾਲਾਂ ਤੋਂ ਜਦੋਂ ਪਰਮਾਣੂ ਬਹਿਸ ਚੱਲ ਰਹੀ ਸੀ ਕਿ ਇਸ ਦਾ ਅੰਤ ਹੋ ਗਿਆ ਅਤੇ ਇੰਡੀਆ ਨੇ ਕੀ ਹੈ ਇੱਕ ਨਿਊਕਲੀਅਰ ਵੈਪਨ ਸੰਬੰਧੀ ਇੱਕ ਪੋਲਿਸੀ ਹੈ ਜਿਹੜੀ ਦੁਨੀਆ ਦੇ ਸਾਹਮਣੇ ਲਿਆਂਦੀ। ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਸੀ ਜਿਨ੍ਹਾਂ ਵਿੱਚ ਕੀ ਹੈ ਵਿਸ਼ਵ ਪੱਧਰੀ ਪੂਰਨ ਨਿਸ਼ਸਤਰੀਕਰਨ ਦਾ ਫੈਸਲਾ ਕੀਤਾ ਗਿਆ ਹੈ। ਠੀਕ ਹੈ। ਤੇ ਜਿਸ ਅਧੀਨ ਕੀ ਹੈ ਇੰਡੀਆ ਨੇ ਕੀ ਹੈ CTBT ਦੇ ਮੁੱਦੇ ਤੇ ਕੀ ਹੈ ਆਪਣੀ ਮੰਗਾਂ ਰੱਖੀਆਂ ਵਿਸ਼ਵ ਨਿਸ਼ਸਤਰੀਕਰਨ ਦੀ ਵੱਲ ਹੈ। ਠੀਕ ਹੈ। ਤੇ ਇਸ ਅਧੀਨ ਕੀ ਉਸ ਤੇ ਦਸਤਖਤ ਕਰ ਸਕਦਾ ਹੈ। ਠੀਕ ਹੈ। ਤੇ ਇਸ ਤੋਂ ਇਲਾਵਾ ਇੰਡੀਆ ਨੇ ਪਰਮਾਣੂ ਭਾਰਤ ਦੀ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਸਾਹਮਣੇ ਰੱਖਿਆ। ਠੀਕ ਹੈ। ਟੂ ਯੂਜ਼ ਅ ਨਿਊਕਲੀਅਰ ਵੈਪਨ ਓਨਲੀ ਫॉर डिफेंस, ਤੇ ਇੰਡੀਆ ਜਿਹੜਾ ਸਿਰਫ ਸੁਰੱਖਿਆ ਲਈ ਨਿਊਕਲੀਅਰ ਵੈਪਨਸ ਦਾ ਯੂਜ਼ ਕਰੇਗਾ। ਠੀਕ ਹੈ। ਨॉट ਫਸਟ ਯੂਜ਼ ਪੋਲਿਸੀ, ਇੰਡੀਆ ਕਦੇ ਵੀ ਫਸਟ ਯੂਜ਼ ਨਹੀਂ ਕਰੇਗਾ। ਜੇਕਰ ਕੋਈ ਦੇਸ਼ ਪਹਿਲਾ ਹਮਲਾ ਕਰਦਾ ਹੈ ਤਾਂ ਉਸਦਾ ਜਵਾਬ ਜਵਾਬ ਦੇਣ ਲਈ ਕੀ ਹੈ ਇੰਡੀਆ ਹੈ ਜਿਹੜਾ ਨਿਊਕਲੀਅਰ ਵੈਪਨਸ ਦਾ ਯੂਜ਼ ਕਰੇਗਾ। ਕਮਿਟਮੈਂਟ ਟੂ ਨਿਊਕਲੀਅਰ ਡਿਜ਼ਾਰਮਮੈਂਟ, ਕਿ ਨਿਊਕਲੀਅਰ ਡਿਜ਼ਾਰਮਮੈਂਟ ਨਿਸ਼ਸਤਰੀਕਰਨ ਦੇ ਲਈ ਇੰਡੀਆ ਹੈ ਜਿਹੜਾ ਉਹ ਨਿਊਕਲੀਅਰ ਪੋਲਿਸੀ ਅਪਣਾਏਗਾ। ਠੀਕ ਹੈ। ਨਾਓ ਇੰਡੀਆ ਸਟਾਪ ਦਾ ਨਿਊਕਲੀਅਰ ਟੈਸਟ, ਇੰਡੀਆ ਨੇ ਕੀ ਹੈ ਵਰਤਮਾਨ ਸਮੇਂ ਨਿਊਕਲੀਅਰ ਟੈਸਟ ਨੂੰ ਇੱਕਦਮ ਤੋਂ ਬਿਲਕੁਲ ਰੋਕ ਦਿੱਤਾ ਹੈ। 7 ਟੈਸਟ ਕਰਨ ਮਗਰੋਂ ਇੰਡੀਆ ਨੇ ਹੋਰ ਟੈਸਟ ਨਹੀਂ ਕੀਤੇ, ਕਿਉਂਕਿ ਉਹ ਇਹ ਨਹੀਂ ਦਿਖਾਣਾ ਚਾਹੁੰਦਾ ਸੀ ਵੀ ਅਸੀਂ ਆਪਣੇ ਨਿਊਕਲੀਅਰ ਵੈਪਨਸ ਦਾ ਯੂਜ਼ ਹੈ ਜਿਹੜਾ ਉਹ ਕਿਸੇ ਤਬਾਹੀ ਲਈ ਕਰ ਰਹੇ ਹਾਂ, ਬਲਕਿ ਕੀ ਹੈ ਪੀਸ ਕੀਪਿੰਗ ਸਿਕਿਉਰਿਟੀ ਐਂਡ ਸੋਸ਼ਲੀ ਐਂਡ ਇਕਨੋਮਿਕਲ ਡਿਵੈਲਪਮੈਂਟ ਲਈ ਕਰ ਰਹੇ ਹਾਂ। ਠੀਕ ਹੈ। ਇਸ ਤੋਂ ਇਲਾਵਾ ਕੀ ਹੈ ਪਰਮਾਣੂ ਹਥਿਆਰਾਂ ਦਾ ਪ੍ਰਯੋਗ ਹੈ ਜਿਹੜਾ ਉਸ ਤੋਂ ਬਾਅਦ ਕੀ ਹੈ ਵੀ ਇੰਡੀਆ ਨੇ ਕਿਹਾ ਵੀ ਅਸੀਂ ਹੋਰ ਨਹੀਂ ਕਰਾਂਗੇ। ਕਹਿੰਦਾ ਜਿਹੜਾ ਇੰਡੀਆ ਦੇ ਪਰਮਾਣੂ ਪ੍ਰੀਖਣਾਂ ਦੇ ਬਾਅਦ ਕੀ ਹੈ ਪਾਕਿਸਤਾਨ ਨੇ ਟੋਟਲ 6 ਹੈ ਜਿਹੜਾ ਪ੍ਰੀਖਣ ਕੀਤੇ। ਸੋ ਸਪਸ਼ਟ ਹੈ ਕਿ ਇੰਡੀਆ ਜਿਹੜਾ ਪਾਕਿਸਤਾਨ ਹੈ ਜਿਹੜਾ ਉਹ ਇੰਡੀਆ ਨਾਲ ਕੰਪੀਟੀਸ਼ਨ ਦਾ ਬਿਹੇਵ ਰੱਖਦਾ ਆਇਆ ਹੈ। ਤੇ ਇਸ ਪ੍ਰਕਾਰ ਕੀ ਹੈ ਇੰਡੀਆ ਨੇ ਦੁਨੀਆ ਦੇ ਸਾਹਮਣੇ ਆਪਣੀ ਪਰਮਾਣੂ ਨੀਤੀ ਨੂੰ ਬਿਲਕੁਲ ਸਾਫ਼ ਰੂਪ ਵਿੱਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। In 1999 ਦੀ ਗੱਲ ਕਰੀਏ ਤਾਂ NSAB ਦੁਆਰਾ ਕੀ ਇੱਕ ਨਿਊਕਲੀਅਰ ਡਾਕਟਰਾਈਨ ਹੈ ਜਿਹੜੀ ਲਿਆਈ ਗਈ। ਹਰ ਸਾਲ ਹੈ ਜਿਹੜਾ 3-4 ਸਾਲ ਬਾਅਦ ਇੱਕ ਨਿਊਕਲੀਅਰ ਡਾਕਟਰਾਈਨ ਹੈ ਜਿਹੜੀ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ, ਜਿਸ ਅਧੀਨ ਕੀ ਹੈ 1999 ਵਿੱਚ ਕੀ ਹੈ NSB ਦੁਆਰਾ ਇੱਕ ਨਿਊਕਲੀਅਰ ਡਾਕਟਰਾਈਨ ਹੈ ਜਿਹੜੀ ਵਰਲਡ ਦੇ ਸਾਹਮਣੇ ਪੇਸ਼ ਕੀਤੀ ਗਈ। ਜਦੋਂ 1998 ਵਿੱਚ ਇਹ ਨਿਊਕਲੀਅਰ ਸਿਕਿਉਰਿਟੀ ਕਾਉਂਸਿਲ ਐਸਟੈਬਲਿਸ਼ਮੈਂਟ ਕੀਤੀ ਗਈ ਤਾਂ ਇਹ ਹੈ ਜਿਹੜਾ 3 ਪਾਰਟਸ ਜਿਹੜਾ ਕੰਮ ਕਰੇਗੀ। ਠੀਕ ਹੈ। ਜਿਸ ਵਿੱਚ ਕੀ ਹੈ ਸਟ੍ਰੈਟੇਜਿਕ ਪਾਲਿਸੀ ਗਰੁੱਪ ਦੇ ਰੂਪ ਵਿੱਚ, ਠੀਕ ਹੈ, ਜੁਆਇੰਟ ਇੰਟੈਲੀਜੈਂਸ ਕਮੇਟੀ ਦੇ ਰੂਪ ਵਿੱਚ ਐਂਡ ਨੈਸ਼ਨਲ ਐਡਵਾਈਜ਼ਰੀ ਬੋਰਡ NSAB ਦੇ ਦੁਆਰਾ ਜਿਹੜਾ ਕੰਮ ਕਰੇਗੀ। ਇਹ ਜਿਹੜੀ NSB ਹੈ ਜਿਹੜੀ ਇਹ ਇੱਕ ਅਜਿਹੀ ਸੀ ਜਿਸ ਇਹ ਐਡਵਾਈਜ਼ਰੀ ਬੋਰਡ ਸੀ ਜਿਸ ਵਿੱਚ ਕੀ ਹੈ PM ਦੁਆਰਾ ਇਹ ਕੰਮ ਦਿੱਤਾ ਗਿਆ ਸੀ ਕਿ ਨਿਊਕਲੀਅਰ ਡਾਕਟਰਾਈਨ ਦਾ ਜਿਹੜਾ ਡਰਾਫਟ ਹੈ ਉਹ ਤਿਆਰ ਕਰੇਗੀ। ਠੀਕ ਹੈ। ਇਹਨਾਂ ਤਿੰਨਾਂ ਨੇ ਮਿਲ ਕੇ ਕੀ ਇੱਕ ਨਿਊਕਲੀਅਰ ਪੋਲਿਸੀ ਦਾ ਜਿਹੜਾ ਡਾਕਟਰਾਈਨ ਹੈ ਤਿਆਰ ਕੀਤਾ, ਕਿਹੜੇ ਦਾ 1999 ਦਾ।
ओके। तो इस दे टोटल 22 मैंबर्स सन। इस तरह की है ये तिन्ने अंग मिल के की है 1999 ਦੀ NSB ਦੀ ਇੱਕ ਨੈਸ਼ਨਲ ਸਿਕਿਉਰਿਟੀ ਦੀ ਕੌਂਸਲ ਦੀ ਇੱਕ ਗਰੁੱਪ ਸੀ ਜਿਨ੍ਹਾਂ ਨੇ ਮਿਲ ਕੇ ਕੀ ਹੈ ਨਿਊਕਲੀਅਰ ਵੈਪਨ ਪਾਲਿਸੀ ਦੀ ਡਾਕਟਰਾਈਨ ਨੂੰ ਤਿਆਰ ਕੀਤਾ। ਐਂਡ ਜਨਵਰੀ 2003 ਦੀ ਗੱਲ ਕਰੀਏ ਤਾਂ ਪ੍ਰੈਸ ਰਿਲੀਜ਼ ਆਫ ਕੈਬਨਿਟ ਕਮੇਟੀ ਔਨ ਸਿਕਿਉਰਿਟੀ ਦੀ ਗੱਲ ਕੀਤੀ ਗਈ ਸੀ। ਠੀਕ ਹੈ, ਪ੍ਰੈਸ ਸਟੇਟਮੈਂਟ ਰਾਹੀਂ ਇਹ ਪੇਸ਼ ਕੀਤਾ ਗਿਆ ਕਿ ਆਫੀਸ਼ੀਅਲੀ ਨਿਊਕਲੀਅਰ ਡਾਕਟਰਾਈਨ ਦੇ ਫੀਚਰ ਕੀ ਹੋਣਗੇ। ਫਸਟ ਹੈ ਕ੍ਰੈਡੀਬਲ ਮਿਨੀਮਮ ਆਫ ਡਿਫਰੈਂਸ ਰਾਹੀਂ ਕੀ ਹੈ ਨਿਊਕਲੀਅਰ ਪਾਲਿਸੀ ਦਾ ਯੂਜ਼ ਕੀਤਾ ਜਾਵੇਗਾ। ਸੈਕਿੰਡ ਹੈ ਨਿਊਕਲੀਅਰ ਵੈਪਨਸ ਨੂੰ ਯੂਜ਼ ਕਰਨਾ ਅਤੇ ਦੇਸ਼ 'ਚ ਸੁੱਟਣ ਦਾ ਫੈਸਲਾ ਹੈ ਜਿਹੜਾ ਕਿਸੇ ਵੀ ਦੇਸ਼ 'ਚ ਸੁੱਟਣ ਦਾ ਫੈਸਲਾ ਉੱਥੋਂ ਦੀ ਸਿਵਲ ਗਵਰਨਮੈਂਟ ਰਾਹੀਂ ਹੀ ਹੋਵੇਗਾ। ਠੀਕ ਹੈ, ਨੋ ਫਸਟ ਯੂਜ਼ ਹੋਵੇਗਾ। ਠੀਕ ਹੈ, ਇੰਡੀਆ ਦੁਆਰਾ ਫਸਟ ਯੂਜ਼ ਨਹੀਂ ਕੀਤਾ ਜਾਵੇਗਾ। ਨਿਊਕਲੀਅਰ ਵੈਪਨ ਮਿਜ਼ਾਈਲ ਦੇ ਉੱਪਰ ਹੈ ਜਿਹੜਾ ਮਟੀਰੀਅਲਿਸਟਿਕ ਐਂਡ ਟੈਕਨੋਲੋਜੀ ਨੂੰ ਡਿਵੈਲਪ ਕੀਤਾ ਜਾਵੇਗਾ। ਨੌਨ ਨਿਊਕਲੀਅਰ ਵੈਪਨਸ ਸਟੇਟ ਤੇ ਕੀ ਹੈ ਇੰਡੀਆ ਹੈ ਜਿਹੜਾ ਆਪਣੀ ਨਿਊਕਲੀਅਰ ਵੈਪਨਸ ਨੂੰ ਯੂਜ਼ ਨਹੀਂ ਕਰੇਗਾ। ਇੰਡੀਆ ਦੀ ਆਰਮੀ ਤੇ ਯੂਜ਼ ਨਹੀਂ ਕਰੇਗਾ। ਠੀਕ ਹੈ, ਯੂਜ਼ ਕਰੇਗੀ ਤੇ ਕੋਈ ਕੰਟਰੀ ਉਸਨੂੰ ਫਸਟ ਅਟੈਕ ਸਮਝ ਕੇ ਜਿਹੜਾ ਇੰਡੀਆ ਦਾ ਦੂਸਰਾ ਅਟੈਕ ਹੋਵੇਗਾ। 2003 ਦੇ ਡਾਕੂਮੈਂਟ ਗਿਵਨ ਡਿਟੇਲ ਅਬਾਊਟ ਕਮਾਂਡ ਐਂਡ ਕੰਟਰੋਲ ਸਟਰਕਚਰ ਦੇ ਬੇਸ ਤੇ ਸੀਗਾ। ਠੀਕ ਹੈ, 2003 ਵਿੱਚ ਜਿਹੜਾ ਨਿਊਕਲੀਅਰ ਪਾਲਿਸੀ ਨੂੰ ਪੇਸ਼ ਕੀਤਾ ਗਿਆ ਉਹ ਕਿਸੇ ਬੇਸਿਕ ਕਮਾਂਡ ਐਂਡ ਕੰਟਰੋਲ ਸਟਰਕਚਰ ਦੇ ਬੇਸ। ਆਓ ਸਾਨੂੰ ਅਸੀਂ ਇੰਡੀਆ ਦੀ ਫੋਰਨ ਪਾਲਿਸੀ ਦੇ ਬਾਰੇ ਵੀ ਥੋੜਾ ਜਿਹਾ ਡਿਸਕਸ ਕਰ ਲੈਂਗੇ ਕਿਉਂਕਿ ਨਿਊਕਲੀਅਰ ਪਾਲਿਸੀ ਜਿਹੜੀ ਫੋਰਨ ਪਾਲਿਸੀ ਨਾਲ ਰਿਲੇਟਡ ਹੈ ਕਿਉਂਕਿ ਕਿਸੇ ਵੀ ਨਾਲ ਅੰਤਰਰਾਸ਼ਟਰੀ ਫੈਸਲੇ ਹੈ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਕੋਈ ਵੀ ਕੰਮ ਕਰਦੀ ਹੈ ਤਾਂ ਫੋਰਨ ਪਾਲਿਸੀ ਨੂੰ ਧਿਆਨ ਵਿੱਚ ਰੱਖ ਕੇ ਕਰਦੀ ਹੈ। ਤਾਂ ਨਿਊਕਲੀਅਰ ਵੈਪਨਸ ਦਾ ਯੂਜ਼ ਵੀ ਹੈ ਜਿਹੜਾ ਇੰਡੀਆ ਨੇ ਫੋਰਨ ਪਾਲਿਸੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ। ਨੌਨ ਅਲਾਈਨਮੈਂਟ ਗੁੱਟ ਨਿਰਪੇਖਤਾ ਕਿਸੇ ਵੀ ਗੁੱਟ ਵਿੱਚ ਸ਼ਾਮਿਲ ਨਹੀਂ ਹੋਣਾ। ਐਂਟੀ ਕਲੋਨਲਿਜ਼ਮ ਕਿ ਉਹ ਐਂਟੀ ਕਲੋਨਲਿਜ਼ਮ ਦੇ ਅਗੇਂਸਟ ਐਂਡ ਪੰਚਸ਼ੀਲ ਦੇ ਕੁਝ ਸਿਧਾਂਤਾਂ ਤੇ ਬੇਸਡ ਸੀ ਜਿਸ ਅਧੀਨ ਕੀ ਹੈ ਫਸਟ ਹੈ ਟੈਰੀਟਰੀ ਐਂਡ ਸੋਵਰੇਨਿਟੀ ਕਿ ਜਿਹੜੇ ਤੱਟਵਰਤੀ ਅਤੇ ਜਿਹੜੇ ਪ੍ਰਭੂਸੱਤਾ ਸੰਪੰਨ ਦੇਸ਼ ਸੀ ਉਹਨਾਂ ਦੀ ਰਾਖੀ ਕਰਨਾ। ਮਿਊਚੁਅਲ ਰਿਸਪੈਕਟ ਫॉर ਈਚ ਅਦਰ ਇੱਕ ਦੂਜੇ ਲਈ ਰਿਸਪੈਕਟ ਰੱਖਣਾ। ਇਕੁਐਲਿਟੀ ਕੋਆਪਰੇਸ਼ਨ ਫॉर ਮਿਊਚੁਅਲ ਬੈਨੀਫਿਟਸ ਇੱਕ ਦੂਜੇ ਦੇ ਬੈਨੀਫਿਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਿਯੋਗ ਦੇਣਾ। ਮਿਊਚੁਅਲ ਨॉन ਐਗਰੈਸ਼ਨ ਫॉर ਡਿਸੀਜਨ ਮੇਕਿੰਗ ਪ੍ਰੋਸੈਸ ਇੱਕ ਦੂਜੇ ਦੇ ਨਾਲ ਬਦਲੇ ਦੀ ਭਾਵਨਾ ਲਈ ਕੋਈ ਡਿਸੀਜਨ ਮੇਕਿੰਗ ਪ੍ਰੋਸੈਸ ਵਿੱਚ ਭਾਗ ਨਹੀਂ ਲੈਣਾ। ਪੀਸਫੁਲ ਨॉन ਇੰਟਰਫੇਰੈਂਸ ਇੱਕ ਦੂਜੇ ਦੀ ਸ਼ਾਂਤੀ ਵਿੱਚ ਬਿਲਕੁਲ ਵੀ ਦਖਲ ਅੰਦਾਜ਼ੀ ਨਹੀਂ ਕਰਨਾ ਜਿਹੜਾ ਇੰਡੀਅਨ ਫੋਰਨ ਪਾਲਿਸੀ ਦੇ ਕੁਝ ਬੇਸਿਕ ਰੂਲਸ ਸੀ। ਆਓ ਹੁਣ ਅਸੀਂ ਨਿਊਕਲੀਅਰ ਡਾਕਟਰਾਈਨ ਤੇ ਇੱਕ ਕ੍ਰਿਟਿਸਿਜ਼ਮ ਵੀ ਕਰਕੇ ਵੇਖ ਲੈਂਦੇ ਹਾਂ ਕਿ ਇੰਡੀਆ ਦੀ ਨਿਊਕਲੀਅਰ ਡਾਕਟਰਾਈਨ ਪਾਲਿਸੀ ਹੈ ਜਿਹੜੀ ਉਹ ਕਿਸ ਅਧੀਨ ਪੋਜ਼ਿਟਿਵ ਨਾਲ ਕੰਮ ਕਰ ਰਹੀ ਸੀ ਕਿ ਨੈਗੇਟਿਵਿਟੀ ਜਿਹੜੀ ਇੰਡੀਆ ਵਿੱਚ ਲਿਆ ਰਹੀ ਸੀ ਹੈ। ਤੇ ਇਸ ਦੀ ਕ੍ਰਿਟਿਸਿਜ਼ਮ ਦੀ ਗੱਲ ਕਰੀਏ ਤਾਂ ਇੰਡੀਆ ਨੇ ਕੀ ਹੈ ਇਸ ਦੇ ਕੁਝ ਸਿਧਾਂਤਾਂ ਦੀ ਪਾਲਣਾ ਜਿਹੜੀ ਹਮੇਸ਼ਾ ਤੋਂ ਕੀਤੀ ਹੈ। ਠੀਕ ਹੈ, ਇਹਨਾਂ ਪਾਲਣਾ ਵਿੱਚ ਕੀ ਇੱਕ ਯਕੀਨੀ ਪਰਮਾਣੂ ਪ੍ਰਤੀਯੋਧਕ ਸ਼ਕਤੀ ਕਿ ਉਹ ਇੱਕ ਪ੍ਰਤੀਯੋਧਕ ਸ਼ਕਤੀ ਦੇ ਰੂਪ ਵਿੱਚ ਜਿਹੜਾ ਇੰਡੀਆ ਹੈ ਜਿਹੜਾ ਨਿਊਕਲੀਅਰ ਪਾਲਿਸੀ ਦਾ ਯੂਜ਼ ਕਰਦਾ ਆ ਰਿਹਾ ਹੈ। ਪਰਮਾਣੂ ਸ਼ਸਤਰਾਂ ਦੇ ਪ੍ਰਯੋਗ ਦੇ ਸੰਬੰਧ ਵਿੱਚ ਕੀ ਹੈ ਕਦੇ ਵੀ ਪਹਿਲ ਹੈ ਜਿਹੜਾ ਇੰਡੀਆ ਨੇ ਨਹੀਂ ਕੀਤੀ ਹੈ। ਠੀਕ ਹੈ, ਕਿਸੇ ਵੀ ਪਰਮਾਣੂ ਹਮਲੇ ਦੇ ਵਿਰੁੱਧ ਪ੍ਰਤੀਰੋਧਕ ਪਰਮਾਣੂ ਕਾਰਵਾਈ ਕਰਨਾ ਜਾਂ ਜੋ ਕਿ ਹਮਲਾ ਕਰਨ ਵਾਲੇ ਨੂੰ ਯੁੱਧ ਤੋਂ ਵੱਧ ਜਿਹੜਾ ਇੰਡੀਆ ਨੇ ਨੁਕਸਾਨ ਨਹੀਂ ਪਹੁੰਚਾਇਆ ਹੈ। ਗੈਰ ਪਰਮਾਣੂ ਸ਼ਸਤਰਾਂ ਦੇ ਵਿਰੁੱਧ ਪਰਮਾਣੂ ਸ਼ਸਤਰਾਂ ਦੀ ਵਰਤੋਂ ਹੈ ਜਿਹੜੀ ਇੰਡੀਆ ਨੇ ਨਹੀਂ ਕੀਤੀ ਹੈ। ਪਰਮਾਣੂ ਮਿਜ਼ਾਈਲਾਂ ਦੇ ਸੰਬੰਧ ਵਿੱਚ ਕੀ ਹੈ ਵਸਤੂਆਂ ਦੇ ਨਿਰਯਾਤ ਭਾਰਤ ਦੇ ਦ੍ਰਿੜ ਅਤੇ ਪੂਰਾ ਕੰਟਰੋਲ ਰੱਖੇਗਾ। ਮਿਜ਼ਾਈਲ ਕੰਟਰੋਲ ਕੱਟ ਆਫ ਟ੍ਰੀਟੀ ਦੇ ਗੱਲਬਾਤ ਜਿਹੜਾ ਇੰਡੀਆ ਪ੍ਰੋਪਰਲੀ ਕਰੇਗਾ ਅਤੇ ਇੰਡੀਆ ਨੇ ਕੀ ਹੈ ਪਰਮਾਣੂ ਨਿਸ਼ਸਤਰੀਕਰਨ ਦੇ ਵੱਲ ਹੈ ਜਿਹੜਾ ਵਿਸ਼ਵ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਇਸਦਾ ਕ੍ਰਿਟਿਸਿਜ਼ਮ ਤਾਂ ਨਹੀਂ ਹੋਇਆ ਚਲੋ ਪਰੰਤੂ ਕੀ ਹੈ ਇਸਦੇ ਕ੍ਰਿਟਿਸਿਜ਼ਮ ਬਾਰੇ ਗੱਲ ਕਰੀਏ ਤਾਂ ਇਸਦੇ ਸ਼ਾਇਦ ਕ੍ਰਿਟਿਸਿਜ਼ਮ ਇੰਡੀਆ ਨੂੰ ਕੁਝ ਫੀਲ ਨਹੀਂ ਹੋਏ ਹੋਣਗੇ। ਠੀਕ ਹੈ, ਇਸ ਲਈ ਕੀ ਹੈ ਜਿਹੜੇ ਕ੍ਰਿਟਿਸਿਜ਼ਮ ਦਾ ਕਾਰਨ ਬਣ ਸਕਦੇ ਸੀ ਅਸੀਂ ਉਹਨਾਂ ਸਿਧਾਂਤਾਂ ਦੀ ਗੱਲ ਕੀਤੀ ਹੈ ਵੀ ਕਿੰਨਾ ਤੇ ਬੇਸਡ ਹੈ ਜਿਹੜਾ ਕ੍ਰਿਟਿਸਿਜ਼ਮ ਕੀਤਾ ਜਾ ਸਕਦਾ ਸੀ ਤੇ ਪਰੰਤੂ ਇੰਡੀਆ ਨੇ ਕੀ ਹੈ ਹਰੇਕ ਆਪਣੀ ਜ਼ਿੰਮੇਵਾਰੀ ਨੂੰ ਪੂਰਨ ਤੇ ਨਿਭਾਇਆ ਹੈ ਤੇ ਹਰੇਕ ਪਾਲਿਸੀ ਤੇ
ਨਿਸ਼ਚਸਤ ਹੋ ਕੇ ਕੀ ਹੈ ਇੰਡੀਆ ਨੇ ਆਪਣੀ ਡਿਊਟੀ ਨੂੰ ਨਿਭਾਇਆ ਹੈ ਤੇ ਆਪਣੀ ਪਾਲਿਸੀ ਨੂੰ ਪ੍ਰੋਪਰਲੀ ਯੂਜ਼ ਕੀਤਾ ਹੈ। ਸੋ ਸਟੂਡੈਂਟਸ, ਮੇਰੀ ਇਹ ਨਿਊਕਲੀਅਰ ਪਾਲਿਸੀ ਨਾਲ ਰਿਲੇਟਡ ਇੱਕ ਇਹ ਸੈਕੰਡ ਵੀਡੀਓ ਸੀ। ਪਲੀਜ਼ ਮੇਰੀ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ, ਸਬਸਕ੍ਰਾਈਬ ਐਂਡ ਥੈਂਕਸ ਫॉर ਵਾਚਿੰਗ ਕਰਨਾ ਨਾ ਭੁੱਲਿਓ, ਠੀਕ ਹੈ। ਐਂਡ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਨੂੰ ਤੁਹਾਨੂੰ ਕਿਸ ਪ੍ਰਕਾਰ ਦੀ ਲੱਗੀ, ਠੀਕ ਹੈ। ਉਸਨੂੰ ਪਲੀਜ਼ 1 ਮਿੰਟ ਤੱਕ ਜ਼ਰੂਰ ਦੇਖਿਆ ਕਰੋ ਅਤੇ ਆਪਣੇ ਕਮੈਂਟ ਸੈਕਸ਼ਨ ਵਿੱਚ ਆਪਣੇ ਕਮੈਂਟਸ ਜ਼ਰੂਰ ਦਿਆ ਕਰੋ। ਥੈਂਕ ਯੂ।